ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੰਸਾਰ ਦੇ ਵਿੱਚ ਦੋ ਕਥਾਵਾਂ ਹੀ ਮਹਾਨ ਨੇ। ਇੱਕ ਪਰਮਾਤਮਾ ਅਕਾਲ ਪੁਰਖ ਦੀ ਕਥਾ, ਇੱਕ ਮਨੁੱਖ ਦੀ ਕਥਾ। ਕਿਉਂ ਕਿ ਅਕਾਲ ਪੁਰਖ ਜੇ ਆਪਣੀ ਥਾਂ ਤੇ ਮਹਾਨ ਹੈ ਤਾਂ ਉਸ ਤੱਕ ਪਹੁੰਚਣ ਵਾਲਾ ਵੀ ਤੁੱਛ ਨਹੀਂ ਹੋ ਸਕਦਾ। ਉਹ ਵੀ ਆਪਣੀ ਥਾਂ ਤੇ ਮਹਾਨ ਹੈ, ਉਹਦੀ ਵੀ ਖਾਸ ਅਹਿਮੀਅਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਾਂ ਪਰਮਾਤਮਾ ਦੀ ਕਥਾ ਹੈ ਜਾਂ ਫਿਰ ਮਨੁੱਖ ਦੀ ਕਥਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਤਿਹਾਸਕ ਗ੍ਰੰਥ ਨਹੀਂ ਨੇ, ਉਹਦੇ 'ਚ ਕੋਈ ਇਤਿਹਾਸ ਨਹੀਂ ਚੱਲਦਾ। ਅਸੀਂ ਇਹ ਲੱਭਣਾ ਚਾਹੀਏ ਕਿ ਗੁਰੂ ਨਾਨਕ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਉਹਨਾਂ ਦੀ ਪਤਨੀ ਕੌਣ ਸੀ, ਉਹਨਾਂ ਦੇ ਬੱਚੇ ਕਿੰਨੇ ਸਨ, ਉਹਨਾਂ ਦੇ ਮਾਂ-ਬਾਪ ਦਾ ਕੀ ਨਾਂ ਸੀ। ਇਸ ਤਰ੍ਹਾਂ ਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਨਹੀਂ ਹੈ। ਨਿਰੋਲ ਬ੍ਰਹਮ ਦੀ ਵਿਚਾਰ ਹੈ, ਨਿਰੋਲ ਬ੍ਰਹਮ ਦੀ ਕਥਾ ਹੈ। ਜਾਂ ਬ੍ਰਹਮ ਨੂੰ ਸਮਝਣ ਵਾਲੇ, ਬ੍ਰਹਮ ਤੱਕ ਪਹੁੰਚਣ ਵਾਲਿਆਂ ਦੀ ਕਥਾ ਹੈ। ਜਾਂ ਤੇ ਭਗਤਾਂ ਦੀ ਗੱਲ ਹੈ ਜਾਂ ਭਗਵਾਨ ਦੀ ਗੱਲ ਹੈ, ਜਾਂ ਸਿੱਖ ਦੀ ਗੱਲ ਹੈ ਜਾਂ ਗੁਰੂ ਦੀ ਗੱਲ ਹੈ, ਜਾਂ ਸੰਤ ਦੀ ਗੱਲ ਹੈ ਜਾਂ ਪ੍ਰਮਾਤਮਾ ਦੀ ਗੱਲ ਹੈ, ਹੋਰ ਕੋਈ ਗੱਲ ਨਹੀਂ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੋਸ਼ਿਸ਼ ਕੀਤੀ ਹੈ ਕਿ ਪਰਮਾਤਮਾ ਨੂੰ ਸਮਝਣ ਤੋਂ ਪਹਿਲੇ ਮਨੁੱਖ ਆਪਣੇ ਆਪ ਨੂੰ ਸਮਝੇ। ਪਰਮਾਤਮਾ ਦੀ ਮਹਾਨਤਾ ਨੂੰ ਸਮਝਣ ਤੋਂ ਪਹਿਲੇ ਇਹ ਆਪਣੀ ਮਹਾਨਤਾ ਨੂੰ ਸਮਝੇ। ਕਿਉਂ ਕਿ ਮਨੁੱਖ ਕ੍ਰਿਤ ਹੈ, ਤੇ ਜੇ ਇਸ ਕ੍ਰਿਤ ਦੇ ਵਿੱਚ ਕੁਝ ਮਹਾਨਤਾ ਝਲਕ ਦਿਸੀ ਤਾਂ ਕੁਦਰਤੀ ਗੱਲ ਇਸਨੇ ਕਰਤੇ ਦੀ ਤਾਰੀਫ ਕਰਨੀ ਹੈ, ਕਰਤੇ ਦੀ ਉਪਮਾ ਕਰਨੀ ਹੈ। ਇਸ ਵਾਸਤੇ ਮੇਰੇ ਪਾਤਸ਼ਾਹ ਨੇ ਮਨੁੱਖ ਦੀ ਜੀਵਨ ਕਥਾ ਬੜੇ ਵਿਸਥਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਲਿਖੀ ਹੈ, ਔਰ ਇਹ ਸ੍ਰੀ ਰਾਗ ਦੇ ਅੰਦਰ ਹੈ। ਇਸ ਤਰ੍ਹਾਂ ਦੀ ਕਥਾ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਰਿਆਂ ਕੇ ਘਰ ਗਾਵਣਾ ਨਾਮ ਕੀ ਬਾਣੀ ਦੇ ਵਿੱਚ ਬਕਾਇਦਾ ਅੰਕਿਤ ਕੀਤੀ ਹੈ। ਰਾਤ ਦੇ 4 ਪਹਿਰ ਹੁੰਦੇ ਨੇ। ਜ਼ਿੰਦਗੀ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 4 ਹਿੱਸਿਆਂ ਦੇ ਵਿੱਚ ਤਕਸੀਮ ਕੀਤਾ। ਸੂਰਜ ਦੇ ਗਰੂਬ ਹੋਣ ਦੇ ਨਾਲ ਰਾਤ ਦੀ ਸ਼ੁਰੂਆਤ ਹੈ, ਤੇ ਸੂਰਜ ਦੇ ਉਦੇ ਹੁੰਦਿਆਂ ਰਾਤ ਦਾ ਅੰਤ ਹੋ ਜਾਂਦਾ ਹੈ। ਜੀਵਨ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਤ ਨਾਲ ਤਸ਼ਬੀਹ ਦਿੱਤੀ ਹੈ। ਸ਼ੇਖ ਸਾਦੀ ਸਾਹਿਬ ਤੇ ਇੱਕ ਥਾਂ ਤੇ ਕਹਿੰਦੇ ਨੇ, ਅਗਿਆਨ ਭਰੀ ਜ਼ਿੰਦਗੀ ਐਸੀ ਰਾਤ ਹੈ ਜਿਸ ਵਿੱਚ ਤਾਰੇ ਵੀ ਨਹੀਂ, ਚੰਦਰਮਾ ਦਾ ਹੋਣਾ ਤੇ ਦਰਕਿਨਾਰ ਤਾਰੇ ਵੀ ਨਹੀਂ। ਜੀਵਨ ਨੂੰ ਰਾਤ ਨਾਲ ਤਸ਼ਬੀਹ ਦਿੱਤੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਸਗਲੀ ਰੈਣ ਅੰਧਾਰੀ ਗੁਜ਼ਰੀ ਸੇਵ ਸਤਿਗੁਰ ਚਾਨਣ ਹੋਏ। ਤੂੰ ਸਤਿਗੁਰੂ ਦੀ ਸੇਵਾ ਕਰ, ਸਿਮਰਨ ਕਰ, ਤਾਂ ਕਿ ਜੀਵਨ ਰੂਪੀ ਰਾਤ ਦੇ ਵਿੱਚ ਪ੍ਰਕਾਸ਼ ਪੈਦਾ ਹੋਵੇ, ਚਾਨਣ ਪੈਦਾ ਹੋਵੇ। ਜੀਵਨ ਦੀ ਇਹ ਰਾਤ ਕਿੱਥੋਂ ਸ਼ੁਰੂ ਹੋਈ ਔਰ ਇਸ ਰਾਤ ਦਾ ਕਿਵੇਂ ਅੰਤ ਹੁੰਦਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਾਣੀ ਦੇ ਵਿੱਚ ਇਸ ਢੰਗ ਨਾਲ ਫਰਮਾਨ ਕਰਦੇ ਨੇ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ। ਵਣਜਾਰਾ ਮਿੱਤਰ ਇਸ ਵਾਸਤੇ ਕਿਹਾ ਹੈ ਕਿ ਮਨੁੱਖ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਹੈ ਔਰ ਇੱਥੇ ਕੁਝ ਖੱਟਣਾ ਹੈ, ਕੁਝ ਵਿਆਜਣਾ ਹੈ। ਵਾਸਤਵਿਕ ਧਨ ਜੀਵਨ ਧਨ ਹੈ, ਵਾਸਤਵਿਕ ਪੂੰਜੀ ਸਵਾਸਾਂ ਦੀ ਪੂੰਜੀ ਹੈ। ਅਗਰ ਸਵਾਸਾਂ ਦੀ ਪੂੰਜੀ ਹੀ ਨਹੀਂ ਤਾਂ ਫਿਰ ਮਨੁੱਖ ਕੁਝ ਵੀ ਨਹੀਂ ਕਰ ਸਕਦਾ। ਇਹੀ ਪਰਮ ਧਨ ਹੈ। ਭਗਤ ਕਬੀਰ ਕਹਿੰਦੇ ਨੇ, ਮੋਏ ਐਸੇ ਬਨਜ ਸਿਉ ਨਹੀਂ ਕਾਜ, ਜੈ ਘਟੇ ਮੂਲ ਨਿਤ ਬਢੇ ਬਿਆਜ।
मैं ऐसा कोई ਵਪਾਰ ਕਰਕੇ ਰਾਜ਼ੀ ਨਹੀਂ ਜਿਹਦੇ ਨਾਲ ਸਵਾਸਾਂ ਦੀ ਪੂੰਜੀ ਘਟਦੀ ਹੋਵੇ ਤੇ ਪਾਪਾਂ ਦਾ ਵਿਆਜ ਵੱਧਦਾ ਹੋਵੇ। ਆਪ ਕਹਿੰਦੇ ਨੇ ਸਾਬਤ ਪੂੰਜੀ ਆਣੀ ਰਾਸ। ਇਹ ਪਰਿਪੂਰਨ ਪ੍ਰਮਾਤਮਾ, ਮੈਂ ਜਿਤਨੀ ਪੂੰਜੀ ਤੇਰੇ ਕੋਲ ਲੈ ਕੇ ਗਿਆ ਸੀ ਸਾਬਤ ਲੈ ਕੇ ਆਇਆ, ਗੁਣ ਵੀ ਨਾਲੇ ਵਿਆਜ ਕੇ ਆਇਆ। ਹਰ ਬਸ਼ਰ ਵਣਜਾਰਾ ਹੈ, ਹਰ ਮਨੁੱਖ ਵਪਾਰੀ ਹੈ। ਸੰਸਾਰ ਵਿੱਚ ਆਇਆ ਹੈ ਕੁਝ ਖੱਟਣ ਵਾਸਤੇ। ਕਿਆ ਥੈਂ ਖਟਿਆ ਕਹਾਂ ਗਵਾਇਆ, ਚਲ ਦਰਹਾਰ ਦੀਵਾਨ ਬੁਲਾਇਆ। ਆਖਿਰ ਪ੍ਰਮਾਤਮਾ ਜੋ ਪੁੱਛ ਕਰਦਾ ਹੈ, ਇਹੀ ਪੁੱਛ ਕਰਦਾ ਹੈ, ਤੂੰ ਕੀ ਵਿਆਜਿਆ, ਤੂੰ ਕੀ ਕੀਤਾ ਹੈ। ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ, ਉਹ ਕਿੱਥੇ ਕਿੱਥੇ ਤੂੰ ਖਰਚ ਕੀਤੀ ਹੈ, ਉਹਦੇ ਨਾਲ ਤੂੰ ਕੀ ਖੱਟਿਆ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਵਣਜਾਰਾ ਕਹਿੰਦੇ ਨੇ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਐ ਵਣਜਾਰਿਆ ਮਿੱਤਰ, ਜ਼ਿੰਦਗੀ ਦੀ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋਇਆ ਮਾਤਾ ਦੇ ਗਰਭ ਤੋਂ। ਸਾਡੇ ਦੇਸ਼ ਦੇ तमाम ਰਿਸ਼ੀ ਮੁਨੀਆਂ ਨੇ ਗਰਭ ਕਾਲ ਦੇ ਬੱਚੇ ਨੂੰ ਬ੍ਰਹਮ ਗਿਆਨੀ ਮੰਨਿਆ। ਉਹਦਾ ਮਨ ਟਿਕਿਆ ਹੋਇਆ, ਕਿਉਂਕਿ ਮਨ ਨੂੰ ਖਿੰਡਾਉਣ ਦੇ ਕੋਈ ਸਾਧਨ ਵੀ ਉਪਲਬਧ ਨਹੀਂ ਨੇ। ਨਾ ਬੱਚਾ ਵੇਖ ਸਕਦਾ ਹੈ, ਨਾ ਸੁਣ ਸਕਦਾ ਹੈ, ਨਾ ਚੱਖ ਸਕਦਾ ਹੈ, ਨਾ ਸਪਰਸ਼ ਕਰ ਸਕਦਾ ਹੈ। ਲਿਹਾਜ਼ਾ ਮਨ ਦੀ ਇਕਾਗਰਤਾ ਬਣੀ ਹੋਈ ਹੈ। ਭਜਨ ਕਰਕੇ, ਤਪ ਕਰਕੇ ਆਖਰ ਮਨੁੱਖ ਕੀ ਲੱਭਦਾ ਹੈ? ਇਕਾਗਰਤਾ ਲੱਭਦਾ ਹੈ। ਤੇ ਸਾਰਾ ਰਸ ਵੀ ਇਕਾਗਰਤਾ ਦੇ ਚ ਹੈ, ਸਾਰਾ ਆਨੰਦ ਵੀ ਇਕਾਗਰਤਾ ਦੇ ਚ ਹੈ। ਕੀਰਤਨ ਦੇ ਚ ਉਦੋਂ ਹੀ ਆਨੰਦ ਬਣਦਾ ਹੈ ਜਦ ਮਨ ਇਕਾਗਰ ਹੋ ਜਾਏ। ਨਿਤਨੇਮ ਦੇ ਚ ਉਦੋਂ ਹੀ ਰਸ ਬਣ ਜਾਏ ਜਦ ਮਨ ਟਿਕ ਜਾਏ। ਭੋਜਨ ਦੀ ਥਾਲੀ ਅੱਗੋਂ ਹੋਵੇ ਤੇ ਮਨੁੱਖ ਨੇ ਉਸੇ ਵਕਤ ਟ੍ਰੇਨ ਤੇ ਜਾਣਾ ਹੋਵੇ, ਸਮਾਂ ਬਹੁਤ ਥੋੜਾ ਹੋਵੇ, ਮਨ ਉਸਦਾ ਟ੍ਰੇਨ ਦੇ ਚ ਹੋਵੇ, तो भोजन दे स्वाद नहीं आवेगा, रस नहीं आवेगा। एकाग्रता दे ही रस है। रस्ते दे निरत हो रहा है, सुंदर गायन वादन हो रहा है, एक मनुख वेख रहा है, रस दे लीन है। दरअसल ये रस गाने दा नहीं, निरत दा नहीं, मन दी एकाग्रता दा है। मन टिक गया, मन उसदा एकाग्र हो गया। आके दूजे मित्र ने कहा ਭਈ ਘਰ ਨੂੰ ਅੱਗ ਲੱਗ ਗਈ ਹੈ, ਚੱਲ। ਉਹ ਇੱਕਦਮ ਭੱਜ ਪੈਂਦਾ ਹੈ। ਦੂਸਰਾ ਮਿੱਤਰ ਉਸਦੀ ਬਾਂਹ ਪਕੜਦਾ ਹੈ, ਬਈ ਇਤਨਾ ਸੁੰਦਰ ਨਿਰਤ ਹੋ ਰਿਹਾ ਹੈ, ਗਾਣਾ ਹੋ ਰਿਹਾ ਹੈ, ਛੱਡ ਕੇ ਕਿੱਥੇ ਜਾ ਰਹੇ ਹੋ? ਕਹਿੰਦੇ ਨੇ ਮੇਰੇ ਘਰ ਨੂੰ ਅੱਗ ਲੱਗ ਗਈ ਹੈ, ਤੁਹਾਨੂੰ ਨਿਰਤ ਦੀ ਪਈ ਹੋਈ ਹੈ। ਨਿਰਤ ਦਾ ਰਸ ਮਾਣਨ ਵਾਲਾ ਜੋ ਮਨ ਸੀ ਉਹ ਘਰ ਚਲਾ ਗਿਆ। ਹੁਣ ਨਿਰਤ ਦੇ ਚ ਕੋਈ ਰਸ ਨਹੀਂ, ਹੁਣ ਸੰਗੀਤ ਦੇ ਚ ਕੋਈ ਰਸ ਨਹੀਂ। तो मन की एकाग्रता बंदा जप तप करके लोड़दा है, और ये एकाग्रता बच्चे नूं कुदरती मिली हुई है जो माता दे गर्भ विच। तो गुरु नानक देव जी महाराज फरमान करदे ने, तू उत्थे की करदा सी? पहले पहरे रहन के वणजारिया मित्रा, हुक्म पया गरबास। उर्द तप अंतर करे वणजारिया मित्रा, खसम सेती अरदास। तू खसम दे नाल जुड़िया होया सी, तू अठे पैर प्रार्थना दे सी, तू अठे पैर जोगी दी तरह परमात्मा नाल जुड़िया होया सी। खसम सेती अरदास वखाणे, उर्द ध्यान लिव लागा। भावें माता दे गर्भ दे च ये उल्टा लटके होया है, पर ध्यान इसदा सिद्धा सी, सुरत इसदी सिद्धी सी। उर्द ध्यान लिव लागा, नाम रजाद आया कल भीतर, बहुड़ जासी नांगा। जैसी कलम बुड़ी है मस्तक, तैसी जीड़े पास। कहो नानक प्राणी पहले पहरे, हुक्म पया गरबास। पहले पैर दे मनुख नूं नींद नहीं आउंदी रात दे। नींद दी शुरुआत दूजे पैर तो आउंदी है। तीजे पैर दे नींद बहुत गूढ़ी हो जाती है, बहुत गूढ़ी। अक्सर चोर चकार डाकू जद कोई डाका या सन मारते ने तो तीसरे पैर दे मार देन, बहुत गूढ़ी निंद्रा उस वक्त हो जाती है। तो पहले पैर दे मनुख दी चेतना पूर्ण रूप दे जागी हुई सी, एकाग्रता मन दी बनी हुई सी, मन दे कोई खिंडाव नहीं सी। जीवन रूपी रात दा पहला पैर माता दे गर्भ दे बतीत होया।
ਜ਼ਿੰਦਗੀ ਦੀ ਰਾਤ ਦਾ ਦੂਜਾ ਪੈਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਸ਼ਬਦਾਂ ਵਿੱਚ ਵਰਣਨ ਕਰਦੇ ਨੇ। ਦੂਜੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ, ਵਿਸਰ ਗਿਆ ਸਭ ਧਿਆਨ। ਹੱਥੋਂ ਹੱਥ ਨਚਾਈਏ ਵਣ ਜਾ ਰਿਆ ਮਿੱਤਰਾ, ਜਿਉ ਜਸੋਦਾ ਘਰ ਕਾਨ। ਹੱਥੋਂ ਹੱਥ ਨਚਾਈਏ ਪ੍ਰਾਣੀ, ਮਾਤ ਕਹੇ ਸੁਤ ਮੇਰਾ। ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਿਛ ਤੇਰਾ। ਜਿਨ ਰਚ ਰਚਿਆ ਤਿਸੇ ਨ ਜਾਣੇ, ਮਨ ਭੀਤਰ ਧਰ ਧਿਆਨ ਜਿਉ। ਕਹੋ ਨਾਨਕ ਪ੍ਰਾਣੀ ਦੂਜੇ ਪੈਰੇ, ਵਿਸਰ ਗਿਆ ਸਭ ਧਿਆਨ ਜੀ। ਜਨਮ ਹੋਇਆ ਤੇ ਜੰਮਦਿਆਂ ਸਾਰ ਧਿਆਨ ਟੁੱਟ ਗਿਆ, ਇਕਾਗਰਤਾ ਭੰਗ ਹੋਈ। ਸਰੀਰ ਨੇ ਕੁਝ ਸਪਰਸ਼ ਕੀਤਾ, ਅੱਖਾਂ ਨੇ ਕੁਝ ਵੇਖਿਆ, ਕੰਨਾਂ ਵਿੱਚ ਕੁਝ ਆਵਾਜ਼ਾਂ ਦੀਆਂ ਧੁਨੀਆਂ ਪਈਆਂ, ਕੁਝ ਸੰਸਾਰ ਦੀਆਂ ਲਹਿਰਾਂ ਟਕਰਾਈਆਂ, ਇਕਾਗਰਤਾ ਭੰਗ ਹੋ ਗਈ। ਔਰ ਇਹ ਧਾਈਆਂ ਮਾਰ ਕੇ ਰੋ ਉੱਠਿਆ। ਪੰਛੀਆਂ ਦੇ ਬੱਚੇ ਜਨਮ ਲੈਂਦਿਆਂ ਚਹਿਚਹਾਉਂਦੇ ਨੇ, ਪਸ਼ੂਆਂ ਦੇ ਬੱਚੇ ਸੰਸਾਰ ਵਿੱਚ ਆਉਂਦੇ ਨੇ ਖਾਮੋਸ਼ੀ ਨਾਲ। ਇੱਕੋ ਮਨੁੱਖ ਦਾ ਹੀ ਬੱਚਾ ਹੈ ਜੋ ਜਗਤ ਦੇ ਉੱਤੇ ਰੋਂਦਿਆਂ ਹੋਇਆਂ ਹੀ ਆਉਂਦਾ ਹੈ। ਬਹੁਤ ਇਸ ਸੰਬੰਧ ਵਿੱਚ ਭਗਤਾਂ ਨੇ ਮੁਤਾਲਾ ਕੀਤਾ। ਅੰਡਿਆਂ ਦੇ ਚੋਂ ਜਿਉਂ ਪੰਛੀਆਂ ਦੇ ਬੱਚੇ ਨਿਕਲਦੇ ਨੇ, ਗੀਤ ਗਾਉਂਦੇ ਹੋਏ ਹੀ ਸੰਸਾਰ ਵਿੱਚ ਆਉਂਦੇ ਨੇ, ਚਹਿਚਹਾਉਂਦੇ ਹੋਏ ਆਉਂਦੇ ਨੇ। ਪੂਰਨ ਖਾਮੋਸ਼ੀ ਦੇ ਨਾਲ ਪਸ਼ੂਆਂ ਦੇ ਬੱਚੇ ਜਗਤ ਵਿੱਚ ਜਨਮ ਲੈਂਦੇ ਨੇ। ਇੱਕ ਮਨੁੱਖੀ ਬੱਚਾ ਹੈ ਜੋ ਅਸ਼ਰਫੁਲ ਮਖਲੂਕਾਤ ਕਹਿਲਾਂਦਾ ਹੈ, ਰੋਂਦਾ ਹੋਇਆ ਹੀ ਸੰਸਾਰ ਵਿੱਚ ਆਉਂਦਾ ਹੈ। ਤਾਈਆਂ ਮਾਰ ਕੇ ਰੋਂਦਾ ਹੈ, ਚੀਖ ਨਿਕਲ ਜਾਂਦੀ ਹੈ। ਇਸ ਸੰਬੰਧ ਵਿੱਚ ਪ੍ਰਾਕਿਰਤਿਕ ਢੰਗ ਨਾਲ ਔਰ ਅਧਿਆਤਮਿਕ ਢੰਗ ਨਾਲ ਆਪਣੀ ਆਪਣੀ ਖੋਜ ਹੋਈ ਹੈ। ਵੈਦ ਤੇ ਹਕੀਮ ਇੱਕ ਦਫਾ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਸੰਤ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸ ਇਕੱਠੇ ਹੋਏ। ਕਹਿਣ ਲੱਗੇ, ਅਸੀਂ ਵੇਖ ਕੇ ਹੈਰਾਨ ਆ ਕਿ ਜੰਮਦੇ ਹੋਏ ਬੱਚੇ ਨੂੰ ਕੋਈ ਭੁੱਖ ਨਹੀਂ ਔਰ ਕੋਈ ਰੋਗ ਵੀ ਨਹੀਂ, ਦੁੱਖ ਨਹੀਂ, ਤਾਂ ਫਿਰ ਇਹਦੇ ਰੋਣ ਦਾ ਕਾਰਨ ਕੀ ਹੈ? ਇਹ ਰੋਂਦਾ ਕਿਉਂ ਹੈ? ਤੇ ਇਤਨੀ ਗੱਲ ਸਪਸ਼ਟ ਹੈ ਕਿ ਰੋਣਾ ਦੁੱਖ ਦਾ ਪ੍ਰਗਟਾਵਾ ਹੈ। ਇਹ ਗੱਲ ਵੱਖਰੀ ਹੈ, ਜਗਤ ਵਿੱਚ ਐਸਾ ਆਖਿਆ ਜਾਂਦਾ ਹੈ ਕਿ ਹੰਝੂ ਕੁਝ ਖੁਸ਼ੀ ਦੇ ਵੀ ਹੁੰਦੇ ਨੇ, ਕਤਈ ਨਹੀਂ ਹੁੰਦੇ। ਹੰਝੂਆਂ ਦਾ ਖੁਸ਼ੀ ਨਾਲ ਕੋਈ ਤਾਲੁਕ ਨਹੀਂ। ਹਾਂ, ਐਸਾ ਹੁੰਦਾ ਹੈ ਜਦ ਖੁਸ਼ੀ ਆਵੇ ਤਾਂ ਅੰਦਰ ਪਿਆ ਹੋਇਆ ਜਿਹੜਾ ਗਮ ਹੈ ਉਹਨੂੰ ਧੱਕਾ ਮਾਰਦੀ ਹੈ ਖੁਸ਼ੀ। ਗਮ ਜਾਂਦਾ ਹੈ ਹੰਝੂਆਂ ਤੇ ਅਸਵਾਰ ਹੋ ਕੇ, ਗਮ ਆਉਂਦਾ ਹੈ ਹੰਝੂਆਂ ਤੇ ਅਸਵਾਰ ਹੋ ਕੇ। ਖੁਸ਼ੂ ਦੇ ਕੋਈ ਹੰਝੂ ਨਹੀਂ ਆਉਂਦੇ, ਆਂਸੂਆਂ ਦਾ ਖੁਸ਼ੀ ਨਾਲ ਕੋਈ ਤਾਲੁਕ ਨਹੀਂ ਹੈ। ਤੋ ਰੋਣਾ ਲਾਜ਼ਮੀ ਕਿਸੇ ਦੁੱਖ ਦੀ ਬੁਨਿਆਦ ਤੇ ਖੜਾ ਹੈ। ਭਾਈ ਸਾਹਿਬ ਕੋਲ ਪੁੱਛਿਆ ਗਿਆ, ਬਈ ਜੰਮਦੇ ਹੋਏ ਬੱਚੇ ਦੇ ਸਰੀਰ ਦਾ ਅਸੀਂ ਅਧਿਐਨ ਕੀਤਾ ਹੈ, ਨਾ ਭੁੱਖ ਹੈ ਨਾ ਰੋਗ ਹੈ, ਫਿਰ ਇਹ ਕਿਉਂ ਰੋਂਦਾ ਹੈ? ਤੋ ਭਾਈ ਸਾਹਿਬ ਦੱਸਦੇ ਨੇ, ਰੋਵੇ ਰਤਨ ਗਵਾਏ ਕੇ, ਮਾਇਆ ਮੋਹ ਹਨੇਰ ਗੁਬਾਰਾ। ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ ਸਭ ਪਰਵਾਰਾ। ਇਹ ਇੱਕ ਰਤਨ ਗਵਾ ਚੁੱਕਿਆ ਹੈ ਜਿਸ ਕਾਰਨ ਰੋ ਰਿਹਾ ਹੈ। ਇਹਦੇ ਕੋਲ ਇੱਕ ਰਤਨ ਸੀ ਕਿ ਮਨ ਦੀ ਇਕਾਗਰਤਾ, ਮਨ ਦਾ ਟਿਕਾਓ, ਟਿਕੀ ਹੋਈ ਸੁਰਤ। ਉਹ ਰਤਨ ਇਹ ਗਵਾ ਬੈਠਾ। ਇਕਾਗਰਤਾ ਇਸ ਦੀ ਭੰਗ ਹੋ ਗਈ ਹੈ। ਜਨਮ ਲੈਂਦਿਆਂ ਹੀ ਸੰਸਾਰ ਦੀਆਂ ਲਹਿਰਾਂ ਨੇ ਕੁਝ ਸਪਰਸ਼ ਕੀਤਾ, ਕੁਝ ਅੱਖਾਂ ਨੇ ਵੇਖ ਲਿਆ, ਕੁਝ ਕੰਨਾਂ ਨੇ ਸੁਣ ਲਿਆ। ਇਸ ਵਾਸਤੇ ਧਿਆਨ ਭੰਗ ਹੋ ਗਿਆ, ਇਕਾਗਰਤਾ ਟੁੱਟ ਗਈ। ਇਹ ਚੀਖ ਕੇ ਰੋ ਉੱਠਿਆ, ਲਿਵ ਛੁੱਟੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜੰਮਦਿਆਂ ਸਾਰ ਲਿਵ ਟੁੱਟ ਗਈ, ਸੁਰਤ ਟੁੱਟ ਗਈ ਔਰ ਸੰਸਾਰ ਦੇ ਵਿੱਚ ਮਨ ਖਿੰਡ ਗਿਆ। ਧਾਈਆਂ ਮਾਰ ਕੇ ਰੋ ਉੱਠਿਆ ਕਿਉਂਕਿ ਇਕਾਗਰਤਾ ਦਾ ਸੁੱਖ ਇਹ ਮਾਣ ਚੁੱਕਿਆ ਸੀ। ਸਾਰੀ ਜ਼ਿੰਦਗੀ ਮਨੁੱਖ ਇਕਾਗਰਤਾ ਹੀ ਲੱਭਦਾ ਹੈ, ਜਪ ਕਰਕੇ, ਤਪ ਕਰਕੇ, ਬੰਦਗੀ ਕਰਕੇ। ਔਰ ਇਕਾਗਰਤਾ ਦੀ ਇਹ ਜਿਹੜੀ ਤਲਾਸ਼ ਹੈ, ਇਸ ਤੋਂ ਇੱਕ ਗੱਲ ਸਪਸ਼ਟ ਹੈ ਕਿ ਮਨੁੱਖ ਦੀ ਚੇਤਨਾ ਦੇ ਅੰਦਰ ਇਕਾਗਰਤਾ ਦਾ ਕੋਈ ਰਸ ਮੌਜੂਦ ਹੈ।
ਉਸ ਦਾ ਅਨੁਭਵ ਮੌਜੂਦ ਹੈ। ਜਦ ਸੰਸਾਰ ਦੇ ਵਿੱਚ ਕੋਈ ਧਾਰਮਿਕ ਮੰਦਰ ਨਹੀਂ ਸੀ, ਕੋਈ ਧਾਰਮਿਕ ਉਪਦੇਸ਼ਕ ਨਹੀਂ ਸੀ, ਕੋਈ ਧਾਰਮਿਕ ਗ੍ਰੰਥ ਨਹੀਂ ਸੀ, ਤਾਂ ਸਭ ਤੋਂ ਪਹਿਲੇ ਜਿਸ ਮਨੁੱਖ ਦੇ ਅੰਦਰ ਪ੍ਰਭੂ ਮਿਲਣ ਦੀ ਪਿਆਸ ਪੈਦਾ ਹੋਈ ਹੋਵੇਗੀ, ਉਹ ਕਿਸ ਤਰ੍ਹਾਂ ਹੋਈ ਹੋਵੇਗੀ? ਦਰਅਸਲ ਇਕਾਗਰਤਾ ਦਾ ਰਸ, ਉਸ ਦਾ ਜਿਹੜਾ ਅਨੁਭਵ ਮਨੁੱਖ ਦੇ ਅੰਦਰ ਹੈ, ਉਸੇ ਹੀ ਅਨੁਭਵ ਤੋਂ ਪ੍ਰੇਰਨਾ ਲੈ ਕੇ ਜਪ ਤਪ ਮਨੁੱਖ ਨੇ ਆਰੰਭ ਕੀਤਾ ਹੋਣਾ ਹੈ। ਤੋ ਇਕਾਗਰਤਾ ਦਾ ਬੋਧ ਮਨੁੱਖ ਦੀ ਚੇਤਨਾ ਦੇ ਅੰਦਰ ਪਿਆ ਹੈ, ਕਿਉਂਕਿ ਇਕਾਗਰਤਾ ਮਾਤਾ ਦੇ ਗਰਭ ਵਿੱਚ ਇਸ ਦੇ ਕੋਲ ਸੀ, ਉਸ ਦਾ ਇਹ ਰਸ ਮਾਣ ਚੁੱਕਿਆ। ਭਾਈ ਸਾਹਿਬ ਕਹਿੰਦੇ ਨੇ ਜਨਮ ਲੈਂਦਿਆਂ ਹੀ ਲਿਵ ਟੁੱਟ ਗਈ, ਇਕਾਗਰਤਾ ਭੰਗ ਹੋ ਗਈ। ਰੋਵੈ ਰਤਨ ਗਵਾਏ ਕੇ, ਮਾਇਆ ਮੋਹ ਹਨੇਰ ਗੁਬਾਰਾ, ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ ਸਭ ਪਰਿਵਾਰਾ। ਉਹ ਆਪਣਾ ਦੁੱਖ ਰੋ ਰਿਹਾ ਹੈ, ਪਰਿਵਾਰ ਦੇ ਵਿੱਚ ਵਧਾਈਆਂ ਚੱਲ ਰਹੀਆਂ, ਲੱਡੂ ਵੰਡੇ ਜਾ ਰਹੇ ਨੇ, ਮੁੰਡੇ ਦਾ ਜਨਮ ਹੋਇਆ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਉਸ ਰੋਂਦੇ ਹੋਏ ਬੱਚੇ ਨੂੰ ਤੇ ਪੁੱਛੋ ਉਹਦੇ ਦੁੱਖ ਦਾ ਮੂਲ ਕੀ ਹੈ? ਲਿਵ ਟੁੱਟ ਗਈ ਹੈ, ਧਿਆਨ ਭੰਗ ਹੋ ਗਿਆ, ਇਕਾਗਰਤਾ ਨਸ਼ਟ ਹੋ ਗਈ ਹੈ। ਸਹਿਜੇ ਸਹਿਜੇ ਹੋਰ ਰੋਣੇ ਪੈਦਾ ਹੋ ਜਾਂਦੇ ਨੇ। ਪਹਿਲੇ ਪਿਆਰ ਰਗਾਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਸਭ ਤੋਂ ਪਹਿਲੀ ਦਫਾ ਤੇ ਰੋਇਆ ਸੀ, ਇਕਾਗਰਤਾ ਭੰਗ ਹੋ ਗਈ। ਇਕਾਗਰਤਾ ਚਾਹੁੰਦਾ ਹੈ, ਟਿਕਾਓ ਚਾਹੁੰਦਾ ਹੈ, ਉਸ ਰਤਨ ਨੂੰ ਚਾਹੁੰਦਾ ਹੈ। ਪਰ ਹੁਣ ਰੋਇਆ ਹੈ ਦੁੱਧ ਵਾਸਤੇ, ਮਾਂ ਵਾਸਤੇ ਰੋਇਆ ਹੈ, ਫਿਰ ਖਿਡੌਣਿਆਂ ਵਾਸਤੇ ਰੋਇਆ ਹੈ, ਖੇਡਾਂ ਵਾਸਤੇ ਰੋਇਆ ਹੈ, ਹੋਰ ਵੱਡਾ ਹੋਇਆ ਹੈ ਕੰਮ ਧੰਦਿਆਂ ਵਾਸਤੇ ਰੋਇਆ ਹੈ, ਤਾਲੀਮ ਵਾਸਤੇ ਰੋਇਆ ਹੈ, ਵਿਆਹ ਵਾਸਤੇ ਰੋਇਆ ਹੈ। ਫਿਰ ਇਸ ਦੇ ਬੱਚੇ ਹੋਏ ਨੇ, ਬੱਚਿਆਂ ਦੇ ਰੋਣੇ ਵੱਧ ਗਏ, ਇਤਨੇ ਰੋਣੇ ਇਕੱਠੇ ਹੋ ਗਏ ਕਿ ਸਭ ਤੋਂ ਪਹਿਲੀ ਦਫਾ ਇਹ ਜਿਹੜਾ ਰੋਇਆ ਸੀ ਉਹ ਰੋਣਾ ਦਬ ਕੇ ਹੀ ਰਹਿ ਗਿਆ। ਮਨੁੱਖ ਇਸ ਵਾਸਤੇ ਹੀ ਸਤਸੰਗ ਦੇ ਵਿੱਚ ਆਉਂਦਾ ਹੈ ਕਿ ਸੰਸਾਰ ਦੇ ਇਹ ਸਾਰੇ ਰੋਣੇ ਇੱਕ ਪਾਸੇ ਕਰਕੇ ਉਸ ਰੋਣੇ ਨੂੰ ਨਵੇਂ ਸਿਰਿਓਂ ਸੁਰਜੀਤ ਕਰੀਏ ਜੋ ਜ਼ਿੰਦਗੀ ਦੇ ਵਿੱਚ ਜਨਮ ਲੈਂਦਿਆਂ ਪਹਿਲੀ ਦਫਾ ਰੋਏ ਸੀ। ਔਰ ਉਹ ਰੋਣਾ ਬੜਾ ਅਜ਼ੀਮ ਹੈ, ਬੜਾ ਮਹਾਨ ਹੈ। ਕਦੀ ਕਦਾਈ ਕਿਸੇ ਦੀ ਝੋਲੀ ਚ ਪੈਂਦਾ ਹੈ, ਹੂੰ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੇ ਜੀਓ। ਭਗਤ ਵੀ ਰੋ ਉੱਠਦੇ ਨੇ, ਪਰ ਉਦੋਂ ਰੋਂਦੇ ਨੇ ਜਦ ਸੰਸਾਰ ਦੇ ਸਾਰੇ ਰੋਣਿਆਂ ਨੂੰ ਇੱਕ ਪਾਸੇ ਕਰਦੇ ਨੇ। ਉਹ ਅਜ਼ੀਮ ਤੇ ਮਹਾਨ ਰੋਣਾ ਉਹਨਾਂ ਦੇ ਅੰਦਰੋਂ ਜਨਮ ਲੈ ਲੈਂਦਾ। ਤੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਜੀਵਨ ਰੂਪੀ ਰਾਤ ਦਾ ਦੂਜਾ ਪੈਰ ਖੇਡਦਿਆਂ ਬਤੀਤ ਹੋ ਗਿਆ, ਮਾਂ ਦੀ ਮਮਤਾ ਦੇ ਵਿੱਚ ਬਤੀਤ ਹੋ ਗਿਆ। ਦੁੱਧ ਤੇ ਖਿਡੌਣਿਆਂ ਦੀ ਖੇਡ ਨਹੀਂ, ਰਾਤ ਦਾ ਦੂਜਾ ਪੈਰ ਲੰਘਾ ਛੱਡਿਆ। ਜੀਵਨ ਰੂਪੀ ਰਾਤ ਦਾ ਤੀਜਾ ਪੈਰ ਆਇਆ ਤੇ ਤੀਜੇ ਪੈਰ ਦੇ ਵਿੱਚ ਬੜੀ ਗੂੜ ਨਿੰਦਰਾ ਆ ਜਾਂਦੀ ਹੈ ਔਰ ਡਾਕੇ ਰਾਤ ਦੇ ਤੀਸਰੇ ਪੈਰ ਨੂੰ ਹੀ ਪੈਂਦੇ ਨੇ। ਮਹਾਰਾਜ ਦਾ ਫਰਮਾਨ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਨ ਜੋ ਬਨਸਿਉ ਚਿਤ, ਹਰ ਕਾ ਨਾਮ ਨ ਚੇਤਈ, ਵਣਜਾਰਿਆ ਮਿੱਤਰਾ, ਬੱਧਾ ਛੁੱਟੇ ਜਿਤ। ਜਵਾਨ ਹੋ ਗਿਆ। ਜੀਵਨ ਰੂਪੀ ਰਾਤ ਦਾ ਇਹ ਤੀਜਾ ਪਹਿਰ ਹੈ। ਸਾਰੀ ਚੇਤਨਾ ਧਨ ਤੇ ਜੋਬਨ ਦੇ ਆਲੇ ਦੁਆਲੇ ਹੀ ਪ੍ਰਕਰਮਾ ਕਰ ਰਹੀ ਹੈ। ਜ਼ਿੰਦਗੀ ਦਾ ਮਨੋਰਥ ਧਨ ਤੇ ਜੋਬਨ, ਹੋਰ ਕੁਛ ਨਹੀਂ। ਧਨ ਤੇ ਜੋਬਨ ਦੀ ਸੇਜਾ ਦੇ ਉੱਤੇ ਗੂੜ ਸੁੱਤਾ ਹੋਇਆ, ਕੁਛ ਵੀ ਖਬਰ ਨਹੀਂ, ਕੁਛ ਵੀ ਬੋਧ ਨਹੀਂ। ਔਰ ਇੱਥੇ ਹੀ ਆ ਕੇ ਕਹਿੰਦੇ ਨੇ ਕਿ ਕਿਸੇ ਨੌਜਵਾਨ ਮਨੁੱਖ ਨੂੰ ਧਰਮ ਕਰਮ ਦੀ ਦੀਕਸ਼ਾ ਦੇਣੀ ਬੜੀ ਔਖੀ ਗੱਲ ਹੈ, ਬਹੁਤ ਔਖੀ ਗੱਲ ਹੈ। ਜਵਾਨੀ ਇੰਜ ਸਮਝ ਲਓ ਜੈਸੇ ਦਰਿਆ ਹੜ ਤੇ ਆਇਆ ਹੈ, ਤੇ ਜਦ ਦਰਿਆ ਹੜ ਤੇ ਆਇਆ ਹੋਵੇ, ਬੇੜੀ ਠੇਲਣੀ ਬੜੀ ਔਖੀ ਹੈ, ਨੌਕਾ ਪਾਰ ਕਰਨੀ ਬੜੀ ਔਖੀ ਹੈ। ਈਰਾਨ ਦਾ ਪ੍ਰਸਿੱਧ ਸੰਤ ਕਹਿੰਦਾ ਹੈ, ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀਸਤ। ਕੋਈ ਮਨੁੱਖ ਜਵਾਨੀ ਦੇ ਵਿੱਚ ਗੁਨਾਹਾਂ ਤੋਂ ਤੋਬਾ ਕਰੇ, ਉਹਦੀ ਸੀਰਤ ਪੈਗੰਬਰਾਂ ਵਾਲੀ ਹੈ। ਉਹ ਤੇ ਪੈਗੰਬਰ ਹੈ, ਉਹ ਤੇ ਪੂਰਨ ਅਵਤਾਰੀ ਪੁਰਸ਼ ਹੈ, ਉਹ ਤੇ ਪੂਰਨ ਸੰਤ ਹੈ ਜੋ ਜਵਾਨੀ ਦੇ ਵਿੱਚ ਗੁਨਾਹਾਂ ਤੋਂ ਤੋਬਾ ਕਰੇ। ਪਰ ਜੋ ਬੁਢੇਪੇ ਦੇ ਵਿੱਚ ਗੁਨਾਹਾਂ ਤੋਂ ਤੋਬਾ ਕਰੇ, ਉਸ ਨੂੰ ਸ਼ੇਖ ਸਾਦੀ ਸਾਹਿਬ ਨਹੀਂ ਮੰਨਦੇ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ। ਅਗਰ ਕੋਈ ਪੀਰੀ ਦੇ ਵਿੱਚ, ਬੁਢੇਪੇ ਦੇ ਵਿੱਚ ਪਰਹੇਜ਼ਗਾਰ ਬਣ ਜਾਏ, ਗੁਨਾਹਾਂ ਤੋਂ ਤੋਬਾ करे, तो दलील दी है आपने, जैसे कोई बुढ़ा भगयाड़ ये आखे
ਕਿ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ, ਮੈਂ ਤੁਹਾਨੂੰ ਪਕੜਨਾ ਛੱਡ ਦਿੱਤਾ ਹੈ। ਉਸਨੇ ਪਕੜਨਾ ਨਹੀਂ ਛੱਡਿਆ, ਪਕੜੀਆਂ ਹੀ ਨਹੀਂ ਜਾਂਦੀਆਂ, ਗੁਨਾਹ ਹੁੰਦੇ ਹੀ ਨਹੀਂ। ਲੇਕਿਨ ਬੁੱਢਾ ਮਨੁੱਖ ਕਹਿ ਦਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੈ। ਗੁਨਾਹਾਂ ਦਾ ਉਸਨੇ ਤਿਆਗ ਨਹੀਂ ਕੀਤਾ, ਗੁਨਾਹ ਹੀ ਉਸ ਨੂੰ ਤਿਆਗ ਕੇ ਚਲੇ ਗਏ ਨੇ। ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇ ਵਿੱਚ, ਰਸਨਾਂ ਦੇ ਵਿੱਚ, ਕੰਨਾਂ ਦੇ ਵਿੱਚ, ਦਿਮਾਗ ਦੇ ਵਿੱਚ, ਨਾਸਕਾ ਦੇ ਵਿੱਚ, ਅੱਖਾਂ ਦੇ ਵਿੱਚ, ਤੇ ਇਹ ਤੇ ਹੁਣ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਨੇ। ਗੁਨਾਹ ਬੈਠਣ ਤੇ ਕਿੱਥੇ ਬੈਠਣ, ਬੁਢੇਪੇ ਦੇ ਤੇ ਸਭ ਕੁਝ ਟੁੱਟਾ ਭੱਜਾ ਹੈ। ਗੁਨਾਹਾਂ ਨੂੰ ਬੈਠਣ ਦੀ ਥਾਂ ਨਹੀਂ ਮਿਲਦੀ। ਤੇ ਬੁੱਢਾ ਮਨੁੱਖ ਕਹਿ ਦਿੰਦਾ ਹੈ ਮੈਂ ਗੁਨਾਹਾਂ ਦਾ ਤਿਆਗੀ ਹੋ ਗਿਆ। ਨਹੀਂ, ਗੁਨਾਹ ਹੀ ਉਸ ਦਾ ਤਿਆਗ ਕਰਕੇ ਚਲੇ ਗਏ ਨੇ, ਕਿਉਂਕਿ ਉਹਨਾਂ ਨੂੰ ਬੈਠਣ ਨੂੰ ਥਾਂ ਨਹੀਂ ਮਿਲ ਰਹੀ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ। ਬੜਾ ਸੁੰਦਰ ਸ਼ਲੋਕ ਹੈ ਗੁਰਬਾਣੀ ਦੇ ਚ। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ, ਵਿਰਲੇ ਕੇਈ ਪਾਇਨ ਜਿਨ੍ਹਾਂ ਪਿਆਰੇ ਨੇ। ਨੌਜਵਾਨ ਉਮਰ ਹੋਵੇ, ਕੰਚਨ ਵਰਗੀ ਕਾਇਆ ਹੋਵੇ, ਸੁੰਦਰਤਾ ਹੋਵੇ, ਕਿਸੇ ਵਿਰਲੇ ਦੀ ਰਸਨਾ ਤੋਂ ਪ੍ਰਭੂ ਦੇ ਗੀਤ ਨਿਕਲਦੇ ਨੇ, ਪ੍ਰਮਾਤਮਾ ਦੀ ਬੰਦਗੀ ਨਿਕਲਦੀ। ਤੋ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਨ ਜੋ ਬਨਸਿਓ ਚਿੱਤ, ਹਰ ਕਾ ਨਾਮ ਨ ਚੇਤਈ ਵਣਜਾਰਿਆ ਮਿੱਤਰਾ, ਬੱਧਾ ਛੁੱਟੇ ਜਿੱਤ। ਹਰ ਕਾ ਨਾਮ ਨ ਚੇਤੇ ਪ੍ਰਾਣੀ, ਬਿਕਲ ਭਇਆ ਸੰਗ ਮਾਇਆ। ਧਨ ਸਿਉ ਰੱਤਾ ਜੋਬਨ ਮੱਤਾ, ਅਹਲਾ ਜਨਮ ਗਵਾਇਆ। ਧਰਮ ਸੇਤੀ ਵਾਪਾਰ ਨ ਕੀਤੋ, ਕਰਮ ਨ ਕੀਤੋ ਮਿੱਤੇ। ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ, ਧਨ ਜੋ ਬਨ ਸਿਉ ਚਿੱਤ। ਜ਼ਿੰਦਗੀ ਦੀ ਰਾਤ ਦਾ ਤੀਜਾ ਪਹਿਰ ਧਨ ਤੇ ਜੋਬਨ ਦੀ ਚਿਤਵਨੀ ਦੇ ਚ ਲੰਘ ਗਿਆ। ਗੁਪ ਨਿੰਦਰਾ ਦੇ ਚ ਜੀਵਨ ਰੂਪੀ ਰਾਤ ਦਾ ਚੌਥਾ ਪਹਿਰ ਆਇਆ। ਚੌਥੇ ਪਹਿਰ ਦੇ ਚ ਪੋ ਫੁੱਟਦੀ ਹੈ। ਕੇਸਾਂ ਦੀ ਸਫੈਦੀ, ਵਾਲਾਂ ਦਾ ਚਿੱਟਾ ਹੋਣਾ, ਇਹ ਪੋ ਦਾ ਫੁੱਟਣਾ ਹੈ। ਇਹ ਰਾਤ ਦੀ ਸਫੈਦੀ ਇਸ ਗੱਲ ਦਾ ਸਬੂਤ ਹੈ ਕਿ ਰਾਤ ਦਾ ਅੰਤ ਹੋਣ ਲੱਗਾ ਹੈ, ਰਾਤ ਜਾਣ ਲੱਗੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨ ਮਿਲਿਆ ਭੇਤ। ਭੇਤ ਚੇਤ ਹਰ ਕਿਸੇ ਨ ਮਿਲਿਓ, ਜਾਂ ਜਮ ਪਕੜ ਚਲਾਇਆ। ਝੂਠਾ ਰੁਦਨ ਭਇਆ ਦੁਆਲੇ, ਖਿਨਮੇ ਭਇਆ ਪਰਾਇਆ। ਜ਼ਿੰਦਗੀ ਦੀ ਖੇਤੀ ਪੱਕ ਗਈ, ਵੱਢਣ ਵਾਸਤੇ ਲਾਵੀ ਆ ਗਿਆ। ਜੀਵਨ ਦੀ ਰਾਤ ਦਾ ਅੰਤ ਹੋਣ ਲੱਗਾ, ਕਿਉਂਕਿ ਮੌਤ ਰੂਪੀ ਸੂਰਜ ਚੜਨ ਲੱਗਾ ਹੈ, ਪੋ ਫੁੱਟਣ ਲੱਗੀ। ਪਰ ਹੁਣ ਸਵਾਲ ਇਹ ਪੈਦਾ ਹੁੰਦਾ, ਅੱਗੇ ਕੀ ਹੋਇਆ? ਕਿਉਂਕਿ ਘਰ ਦੇ ਤੇ ਝੂਠਾ ਰੁਦਨ ਹੋ ਗਿਆ, ਰੋਣਾ ਪਿੱਟਣਾ ਹੋ ਗਿਆ, ਪਰ ਉਹ ਅੱਗੇ ਕਿੱਥੇ ਚਲਾ ਗਿਆ ਇਹ ਕਿਸੇ ਨੂੰ ਖਬਰ ਨਹੀਂ। ਝੂਠਾ ਰੁਦਨ ਭਇਆ ਦੁਆਲੇ, ਖਿਨਮੇ ਭਇਆ ਪਰਾਇਆ। ਅੱਗੇ ਕੀ ਹੋਇਆ? ਪਾਤਸ਼ਾਹ ਫਰਮਾਨ ਕਰਦੇ ਨੇ, ਸਾਈ ਵਸਤ ਪ੍ਰਾਪਤ ਹੋਈ, ਜਿਸ ਸਿਉ ਲਾਇਆ ਹੇਤ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਲਾਵੀ ਲੁਣਿਆ ਖੇਤ। ਉਹੀ ਚੀਜ਼ ਇਸ ਨੂੰ ਅੱਗੇ ਮਿਲੀ ਜਿਸ ਦੀ ਚਿਤਵਨੀ ਇਹ ਜ਼ਿੰਦਗੀ ਭਰ ਕਰਦਾ ਰਿਹਾ, ਜਿਸ ਦੀ ਯਾਦ ਵਿੱਚ ਇਹ ਹਮੇਸ਼ਾ ਰਿਹਾ। ਦਿਨ ਭਰ ਅਸੀਂ ਜਿਸ ਚੀਜ਼ ਦੀ ਚਾਹਤ ਕਰੀਏ ਤੇ ਉਸ ਦੀ ਪ੍ਰਾਪਤੀ ਨਾ ਹੋਵੇ ਤਾਂ ਰਾਤ ਨੂੰ ਸੁਪਨੇ ਵਿੱਚ ਹੁੰਦੀ ਹੈ। ਕੁਦਰਤ ਨੇ ਐਸਾ ਇੰਤਜ਼ਾਮ ਕਰ ਰੱਖਿਆ। ਦਿਨ ਨੂੰ ਕਿਸੇ ਦਾ ਕਤਲ ਕਰਨਾ ਚਾਹਿਆ ਸੀ, ਨਹੀਂ ਕਰ ਸਕੇ, ਕਾਨੂੰਨ ਤੋਂ ਡਰੇ ਹਾਂ, ਸਮਾਜ ਤੋਂ ਡਰੇ ਹਾਂ। ਰਾਤ ਨੂੰ ਮਨੁੱਖ ਸੁਪਨੇ ਵਿੱਚ ਕਰੇਗਾ। ਦਿਨ ਭਰ ਚੋਰੀ ਦੀ ਚੇਤਨੀ ਕਰਦਾ ਰਿਹਾ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਦੁਰਾਚਾਰ ਦਾ ਚਿੰਤਨ ਚੱਲਦਾ ਰਿਹਾ ਦਿਨ ਭਰ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ 'ਚ ਕਰਾਏਗਾ। ਔਰ ਇਸੇ ਤਰੀਕੇ ਨਾਲ ਅਗਰ ਦਿਨ ਭਰ ਉਸ ਦੀ ਯਾਦ ਰਹੀ ਹੈ ਇਸ ਢੰਗ ਦੀ ਕਿ ਪ੍ਰਮਾਤਮਾ ਦਾ ਮਿਲਾਪ ਹੋਵੇ, ਗੁਰੂ ਦਾ ਮਿਲਾਪ ਹੋਵੇ, ਪਰ ਨਹੀਂ ਮਿਲਾਪ ਹੋ ਸਕਿਆ, ਨਹੀਂ ਰਸ ਬਣ ਸਕਿਆ, ਰਾਤ ਨੂੰ ਸੁਪਨੇ ਵਿੱਚ ਬਣੇਗਾ। ਚੰਗੇ ਤੇ ਮਾੜੇ ਸੁਪਨੇ ਇਸ ਗੱਲ ਦਾ ਸਬੂਤ ਨੇ ਕਿ ਮਨੁੱਖ ਦੇ ਅੰਦਰ ਚੰਗਾ ਤੇ ਮਾੜਾ ਬੀਜ ਹੈ। ਸੁਪਨੇ ਆਪਣੇ ਆਪ ਨਹੀਂ ਪੈਦਾ ਹੁੰਦੇ, ਇਹਨਾਂ ਦਾ ਵੀ ਬੀਜ ਹੈ। ਦਿਨ ਭਰ ਦਾ ਚਿੰਤਨ ਰਾਤ ਨੂੰ ਸੁਪਨਿਆਂ ਨੂੰ ਜਨਮ ਦਿੰਦਾ ਹੈ। ਜਿਸ ਤਰ੍ਹਾਂ ਦਿਨ ਭਰ ਦੀ ਚਿਤਵਨੀ ਸੁਪਨਿਆਂ ਦੇ ਵਿੱਚ ਰਾਤ ਨੂੰ ਪ੍ਰਗਟ ਹੁੰਦੀ ਹੈ, ਇਸ ਤਰ੍ਹਾਂ ਸਮੁੱਚੀ ਜ਼ਿੰਦਗੀ ਭਰ ਦੀ ਜਿਹੜੀ ਚਾਹਤ ਹੈ ਮੌਤ ਦੇ ਸਮੇਂ ਆਣ ਕੇ ਪ੍ਰਗਟ ਹੁੰਦੀ ਹੈ। ਉਹ ਚਿਤਵਨੀ
मौत दे वक्त मरण लग्या सामने आण के खड़ी आउंदी है। सारा जीवन अगर धन दे चिंतन दे बतीत कीता है तो मरदे होया धन चेते आएगा। ये गल वखरी है कि आले दुआले रिश्तेदार खड़े होवन ते वो आखन राम आखो, वाहिगुरु आखो, वो वाहिगुरु नहीं कह सकेगा, राम नहीं कह सकेगा, क्योंकि जीवन भर जिस दे चिंतन दे रहा है मरण लग्या उसदा ही चिंतन चलेगा, उसदी याद चलेगी। ते जे मरण लग्या धन दा चिंतन चलिया तां ये मनुख किथे जाएगा। गुरु ग्रंथ साहब जी महाराज दा फैसला कि अंत काल जो लक्ष्मी सिमरे, ऐसी चिंता में जे मरे, सरप जो वल वल उतरे। अंतिम समय मरदे होया धन जिसनों बार बार चेते आ रहा, जिहड़ा छोड़ के जा रहा है, ऐसा मनुख अगला जन्म सरप दा प्राप्त करेगा। अंत काल जो लड़के सिमरे, ऐसी चिंता में जे मरे, सूकर जो वल वल उतरे। मरदे होया पुत्र चेते आ रहे, कहंदा फलाणे नूं बुलाओ, फलाणे बेटे नूं बुलाओ, फलाणे पुत्र नूं बुलाओ। अंतिम समय पुत्रां दी याद दे जो मर गया, गुरु ग्रंथ साहब दा फैसला इसदा अगला जन्म सूअर दा होवेगा। सूरनी दे 18-18, 20 बच्चे हो जाते हैं। कुदरत कहती है ले जितनी ममता करनी है कर ले। अंत काल जो स्त्री सिमरे, ऐसी चिंता में जे मरे, वेसवा जौन वल वल उतरे। अंत काल जो मंदिर सिमरे, ऐसी चिंता में जे मरे, प्रेत जौन वल वल उतरे। मकान बनाया सी बड़ी मेहनत नाल, बड़ा खर्चा करके, और मरण लग्या जे मकान याद आ रहा है, ते मरण लग्या मकान किसनू याद आवेगा? जो जीवन भर अपने मकान दे शौक ही रहा, मकान नू ही वेखदा रहा। मकान रहन वास्ते है, वेखण ते विखाण वास्ते नहीं। कई मनुख वेखदे रहिंदे ने और विखांदे रहिंदे ने, ये सिर्फ रहन वास्ते है। पर जे मकान दी चितवनी दे च ही जीवन बतीत होया है तो मरण लग्या मकान चेते आएगा। ते जे मरण लग्या मकान चेते आया तो साहब कहते इसदा अंत की होवेगा? ये प्रेत बनेगा। अंत काल जो मंदिर सिमरे, ऐसी चिंता में जे मरे, प्रेत जौन वल वल उतरे। अंत काल नारायण सिमरे, ऐसी चिंता में जे मरे, बदत लोचन ते नर मुक्ता, पीतंबर वांके हृदय बसे। अंतिम समय अगर नारायण चेते आवे तो अंतिम समय किसनू नारायण चेते आवेगा? जिसनू जीवन भर नारायण चेते आया, जिसने समुची जिंदगी नारायण दा चिंतन कीता है। अंतिम समय नारायण दी याद आवेगी, रसना ते नारायण दे बोल आवणगे, ते ज्यों रसना दे उत्ते नारायण दे बोल आए, ऐसा मनुख नारायण दे च इस तरह समा जाएगा जिस तरह बूंद सागर दे समा जाती है, और जिस तरह किरण सूरज दे च लीन हो जाए। सूरज किरण मिले, जल का जल हुआ राम, ज्योति जोत रली, संपूर्ण थी आराम। मनुख दी ये जो कथा है, गुरु नानक देव जी महाराज ने इन्हां चारां पहरां दे च बकायदा अंकित कीती है। मनुख परमात्मा तक पहुंच सके, ईश्वर तक पहुंच सके, मनुख नूं बोध कराया है तू की है और आया कित्थों है, हुण कित्थे खड़ा है, और तू जाना कित्थे है और जा कित्थे रहा है। इस सब कुछ दी चेतावनी गुरु ग्रंथ साहब जी महाराज ने मनुख दे सामने रखी है ताकि मनुख भटके ना।